ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਅੱਜ ਦੇ ਖਬਰਾਂ ਤੇ ਵਿਸਤਾਰ ਚਰਚਾ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਰਫੇਲ ਡੀਲ ਹੋਈ ਸੀ, ਬੜਾ ਮਾਮਲਾ ਉਲਝਦਾ ਰਿਹਾ ਸਮੇਂ-ਸਮੇਂ ਤੇ। ਸਰਕਾਰਾਂ ਨੇ ਇੱਕ ਦੂਜੇ ਨੇ ਪਾਰਟੀਆਂ ਤੇ ਦੋਸ਼ ਵੀ ਲਗਾਏ ਹੈ। ਹੁਣ ਫਰਾਂਸ ਵੱਲੋਂ ਇੱਕ ਵਾਰ ਫਿਰ ਤੋਂ ਇੱਕ ਵੈਬਸਾਈਟ ਨੇ ਨਵੀਆਂ ਗੱਲਾਂ ਸਾਹਮਣੇ ਲੈ ਆਂਦੀਆਂ ਕਿ ਵਿਚੋਲਿਆਂ ਨੂੰ ਵੀ ਪੈਸੇ ਦਿੱਤੇ ਗਏ ਆ। ਇਹ ਕੀ ਮਾਮਲਾ ਪੂਰਾ? ਗੱਲ ਇਹ ਗੁਰਜੀਤ ਜੀ, ਮਾਮਲਾ ਤਾਂ ਗਲਤ ਹੈ ਜੀ। ਜੰਗੀ ਜਹਾਜ਼ ਖਰੀਦੇ ਆ ਨਰਿੰਦਰ ਮੋਦੀ ਸਰਕਾਰ ਨੇ ਫਰਾਂਸ ਤੋਂ। ਰਾਫੇਲ ਉੱਥੋਂ ਦੀ ਕੰਪਨੀ ਆ ਜਿਹਨੂੰ ਅਸੀਂ ਡਸਾਲਟ ਕਹਿੰਦੇ ਹਾਂ ਜੀ। ਅਸਲ ਵਿੱਚ ਡਸਾਲਟ ਨਹੀਂ, ਉਹਨੂੰ ਉੱਥੋਂ ਦੀ ਬੋਲੀ 'ਚ ਦਸਾਗ ਬੋਲਦੇ ਆ। ਮਗਰਲਾ ਲੱਲਾ ਅਤੇ ਟੈਂਕਾ ਦੋਵੇਂ ਉਹ ਨਹੀਂ ਬੋਲਦੇ। ਜਿੱਦਾਂ ਵੌਕਸ ਵੈਗਨ ਨੂੰ ਆਪਾਂ ਫੌਕਸ ਵੈਗਨ ਬੋਲਦੇ ਹਾਂ। ਜੀ ਜੀ। ਕਈਆਂ ਦੇ ਨਾਮ ਵਿੱਚੋਂ ਅਖੀਰ ਲਿਖਦੇ ਆ ਕੰਪਨੀ ਦਸਾ ਹੈ। ਉਸ ਦਸਾਗ ਕੰਪਨੀ ਤੋਂ ਉਹਨਾਂ ਨੇ ਜਹਾਜ਼ ਖਰੀਦ ਲਿਆ। ਇੱਕ ਤਾਂ ਜਿੰਨੇ ਦਾ ਸੌਦਾ ਸੀ ਉਹਨਾਂ ਨੂੰ ਮਹਿੰਗੇ ਖਰੀਦਿਆ ਗਿਆ। ਦੂਜਾ ਇਹਦੇ ਵਿੱਚ ਅੰਬਾਨੀ ਭਰਾਵਾਂ ਦੇ ਵਿੱਚੋਂ ਛੋਟਾ ਜਿਹੜਾ ਅਨਿਲ ਅੰਬਾਨੀ ਆ ਜੀ, ਜਿਹਦੀ ਕੰਪਨੀ ਦਾ ਪੱਠਾ ਬੈਠਾ ਪਿਆ ਸੀ, ਉਹਨੂੰ 30,000 ਕਰੋੜ ਰੁਪਏ ਦਾ ਨਾਲ ਪ੍ਰੋਜੈਕਟ ਇੱਕ ਦਵਾ ਦਿੱਤਾ ਗਿਆ ਕਿ ਇੱਥੇ ਇਹਨਾਂ ਜਹਾਜ਼ਾਂ ਦੇ ਸੰਬੰਧ 'ਚ ਅਗਲਾ ਜਿਹੜਾ ਕਾਰਖਾਨਾ ਜੋ ਕੁਝ ਬਣਾਉਣਾ, ਉਹਦੀ ਟੈਕਨੀਕ ਸਾਰਾ ਕੁਝ ਇਹਨੂੰ ਦਿੱਤੀ ਜਾਊਗੀ ਅਤੇ ਉਹ ਸਿੱਧੇ ਤੌਰ 'ਤੇ ਉਹਨੂੰ ਪੈਸਾ ਦਿੱਤਾ ਗਿਆ। ਤੀਸਰੀ ਗੱਲ ਇਹ ਕਿ ਉਦੋਂ ਹੀ ਰੌਲਾ ਪੈ ਗਿਆ ਸੀ ਕਿ ਇਹਦੇ 'ਚ ਪੈਸਿਆਂ ਦਾ ਲੈਣ ਦੇਣ ਹੋ ਗਿਆ। ਇਹ ਮਸਲਾ ਦੇਸ਼ ਦੀ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। ਸੁਪਰੀਮ ਕੋਰਟ ਵਿੱਚ ਪਹੁੰਚਿਆ ਮਸਲਾ ਜਿਹੜਾ ਸੀ, ਉਹਦੇ ਉੱਤੇ ਜਾ ਕੇ ਉਸੇ ਵੇਲੇ ਗੱਲ ਸਾਰੀ ਠੱਪ ਦਿੱਤੀ ਗਈ ਜੀ। ਜਦੋਂ ਭਾਰਤ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਤੇ ਜਿਹੜੇ ਜੱਜ ਸਾਹਿਬਾਨ ਸੀ, ਖਾਸ ਕਰਕੇ ਉਸ ਵਕਤ ਦੇ ਚੀਫ ਜਸਟਿਸ, ਹੁਣ ਤਾਂ ਰਾਜ ਸਭਾ ਦੇ ਮੈਂਬਰ ਨੇ ਜੀ, ਉਹਨਾਂ ਨੂੰ ਆਖਿਆ ਜੀ ਇਹਦੇ ਵਿੱਚ ਕੋਈ ਗਲਤ ਲੱਭਦਾ ਹੀ ਨਹੀਂ। ਸਾਨੂੰ ਸਰਕਾਰ ਨੇ ਐਫੀਡੇਵਿਟ ਦੇ ਦਿੱਤਾ ਕਿ ਇਹੋ ਜਿਹਾ ਕੋਈ ਵੀ ਸੌਦਾ ਹੋਵੇ ਉਹਦੀ ਪੜਤਾਲ ਕੰਪਟਰੋਲਰ ਐਂਡ ਆਡੀਟਰ ਜਨਰਲ ਕਰਦਾ। ਜਦੋਂ ਕਰ ਲਵੇ ਤੇ ਉਹ ਰਿਪੋਰਟ ਫਿਰ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਕੋਲ ਜਾਂਦੀ ਹੈ। ਠੀਕ। ਜਦੋਂ ਕਮੇਟੀ ਵੀ ਪਾਸ ਕਰ ਦੇਵੇ ਤੇ ਫਿਰ ਉਹ 'ਚ ਕੋਈ ਓਲਾ ਨਹੀਂ ਰਹਿ ਜਾਂਦਾ, ਗੱਲ ਖਤਮ ਹੋ ਜਾਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਜਦੋਂ ਸਰਕਾਰ ਆਹ ਕਹਿੰਦੀ ਪਈ ਹੈ ਕਿ ਸਭ ਕੁਝ ਹੋ ਚੁੱਕਾ ਹੈ ਤੇ ਫਿਰ ਤੁਸੀਂ ਕੀ ਮੰਗਦੇ ਹੋ? ਇਹ ਜਦੋਂ ਫੈਸਲਾ ਤਾਂ ਸੁਪਰੀਮ ਕੋਰਟ ਨੇ 1 ਘੰਟੇ ਬਾਅਦ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਦਾ ਉਸ ਵਕਤ ਦਾ ਚੇਅਰਮੈਨ ਕਾਂਗਰਸ ਦਾ ਲੀਡਰ ਮੱਲਿਕਾਰਜੁਨ ਖੜਗੇ ਬੋਲ ਪਿਆ। ਜੀ। ਕਹਿੰਦਾ ਪਬਲਿਕ ਅਕਾਊਂਟਸ ਕਮੇਟੀ ਦਾ ਚੇਅਰਮੈਨ ਤਾਂ ਮੈਂ ਹਾਂ। ਕੌਣ ਕਹਿੰਦਾ ਕਿ ਉੱਥੇ ਮਸਲਾ ਆਇਆ ਤਾਂ ਖਤਮ ਹੋ ਗਿਆ? ਉੱਥੇ ਤਾਂ ਰਿਪੋਰਟ ਆਈ ਨਹੀਂ। ਕੈਗ ਨੂੰ, ਕੰਪਟਰੋਲਰ ਐਂਡ ਆਡੀਟਰ ਜਨਰਲ ਨੂੰ ਪੁੱਛੋ ਕਿ ਉਹਨੇ ਰਿਪੋਰਟ ਕਿਹਨੂੰ ਭੇਜੀ ਹੈ। ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਅਸੀਂ ਤਾਂ ਅਜੇ ਆਡਿਟ ਹੀ ਨਹੀਂ ਕੀਤਾ, ਰਿਪੋਰਟ ਹੀ ਨਹੀਂ ਬਣਾਈ। ਕੇਸ ਦੁਬਾਰਾ ਸੁਪਰੀਮ ਕੋਰਟ ਚਲਾ ਗਿਆ ਕਿ ਸੁਪਰੀਮ ਕੋਰਟ ਜੀ ਤੁਸੀਂ ਤਾਂ ਕਹਿੰਦੇ ਆ ਕਿ ਉੱਥੇ ਚਲਾ ਗਿਆ, ਉਸ ਤੋਂ ਬਾਅਦ ਪਬਲਿਕ ਅਕਾਊਂਟਸ ਕਮੇਟੀ 'ਚ ਆ ਗਿਆ, ਮਾਮਲਾ ਖਤਮ ਹੋ ਗਿਆ। ਪਰ ਪਬਲਿਕ ਅਕਾਊਂਟਸ ਕਮੇਟੀ 'ਚ ਕਿਉਂ ਨਾ ਅਜੇ ਤੱਕ ਕੰਪਟਰੋਲਰ ਆਡੀਟਰ ਜਨਰਲ ਦਾ ਆਡਿਟ ਹੀ ਨਹੀਂ ਕੀਤਾ ਜੀ। ਇਹਦਾ ਮਤਲਬ ਸਰਕਾਰ ਨੇ ਤੁਹਾਨੂੰ ਗਲਤ ਐਫੀਡੇਵਿਟ ਦਿੱਤਾ। ਸਰਕਾਰ ਨੂੰ ਸੱਦ ਕੇ ਪੁੱਛਿਆ ਗਿਆ। ਸਰਕਾਰ ਨੇ ਆਖਿਆ ਜੀ ਟੈਕਨੀਕਲੀ ਭਾਸ਼ਾ ਦੇ ਗਲਤ ਅਰਥ ਨਿਕਲੇ। ਅਸੀਂ ਇਹ ਤਾਂ ਨਹੀਂ ਆਖਿਆ ਕਿ ਕੰਪਟਰੋਲਰ ਆਡੀਟਰ ਜਨਰਲ ਨੇ ਰਿਪੋਰਟ ਬਣਾਤੀ ਹੈ ਜੀ ਤੇ ਪਬਲਿਕ ਅਕਾਊਂਟਸ ਕਮੇਟੀ ਚਲੀ ਗਈ ਹੈ। ਅਸੀਂ ਤਾਂ ਆਖਿਆ ਕਿ ਜੇ ਕੰਪਟਰੋਲਰ ਆਡੀਟਰ ਜਨਰਲ ਰਿਪੋਰਟ ਬਣਾ ਦੇਵੇ ਤੇ ਪਬਲਿਕ ਅਕਾਊਂਟਸ ਕਮੇਟੀ ਚਲੀ ਜਾਵੇ ਤੇ ਖਤਮ ਹੋ ਜਾਂਦਾ। ਇਹ ਤਾਂ ਅਸੀਂ ਆਖਿਆ ਨਹੀਂ ਵੀ ਚਲੀ ਗਈ ਹੈ। ਪੱਕਾ ਨਹੀਂ ਕੀਤਾ ਕਹਿੰਦੇ। ਅੱਛਾ, ਇਹਦਾ ਮਤਲਬ ਕਿ ਪਹਿਲਾ ਐਫੀਡੇਵਿਟ ਇਸ ਤਰ੍ਹਾਂ ਦੀ ਉਲਝਾਊ ਭਾਸ਼ਾ 'ਚ ਲਿਖਿਆ ਗਿਆ ਜਿਹੜੀ ਅੰਗਰੇਜ਼ੀ ਜੱਜਾਂ ਦੇ ਵੀ ਸਮਝ ਨਾ ਆਈ, ਜਾਂ ਜੱਜਾਂ ਨੇ ਸਮਝ ਕੇ ਨਹੀਂ ਸਮਝੀ, ਜਾਂ ਸਰਕਾਰ ਨੇ ਜਾਣ ਬੁੱਝ ਕੇ ਇਹੋ ਜਿਹਾ ਬੜਾਵਾ ਪਾਇਆ ਕਿ ਉਹਦੇ ਗਲਤ ਅਰਥ ਨਿਕਲਣ। ਉਹ ਮਸਲਾ ਨਿਬੇੜ ਦਿੱਤਾ ਗਿਆ। ਹੁਣ ਕੀ ਹੋਇਆ ਕਿ ਕੱਲ੍ਹ ਉੱਥੋਂ ਦੀ ਫਰਾਂਸ ਦੀ ਇੱਕ ਸਾਈਟ ਨੇ ਕਹਿ ਦਿੱਤਾ ਕਿ ਇਹਦੇ 'ਚੋਂ ਇੰਨੇ ਮਿਲੀਅਨ ਯੂਰੋ ਜਿਹੜੇ ਆ ਜੀ ਜੀ, ਉਹ ਇੱਕ ਵਿਚੋਲੇ ਨੂੰ ਦਿੱਤੇ ਗਏ। ਸੁਰੇਸ਼ ਨਾਂ ਦੇ ਵਿਚੋਲੇ ਨੂੰ। ਉਹ ਵਿਚੋਲਾ ਪਹਿਲਾਂ ਵੀ ਫੌਜੀ ਸੌਦਿਆਂ ਦੇ ਵਿੱਚ ਇਸ ਤਰ੍ਹਾਂ ਦਾ ਕਮਿਸ਼ਨ ਖਾਣ ਦੇ ਚੱਕਰ ਵਿੱਚ ਮੁਕੱਦਮੇ 'ਚ ਪੈ ਚੁੱਕਾ ਜੀ। ਯਾਨੀ ਸੱਚਾ ਸੁੱਚਾ ਬੰਦਾ ਉਹ ਹੈ ਕੋਈ ਨਹੀਂ। ਹੁਣ ਫਰਾਂਸ ਦੇ ਵਿੱਚੋਂ ਵੀ ਗੱਲ ਨਿਕਲੀ ਆ ਕਿ ਉਹਨੂੰ ਇੱਕ ਗਿਫਟ ਦਿੱਤਾ ਗਿਆ, ਕਲਾਇੰਟ ਗਿਫਟ, ਕਿ ਇਹਨੇ ਸਾਡਾ ਸੌਦਾ ਕਰਵਾਇਆ। ਕਲਾਇੰਟ ਗਿਫਟ 10-20 ਹਜ਼ਾਰ ਦਾ ਹੁੰਦਾ, ਲੱਖ ਦਾ ਹੁੰਦਾ, 10 ਲੱਖ ਦਾ ਹੋ ਸਕਦਾ, ਕਰੋੜ 10 ਕਰੋੜ ਵੀ ਨਹੀਂ। ਜੇ 80-90 ਕਰੋੜ ਰੁਪਏ ਦਾ ਕਲਾਇੰਟ ਗਿਫਟ ਦਿੱਤਾ ਗਿਆ ਹੋਵੇ, ਐਡਾ ਐਡਾ ਗਿਫਟ, ਇਹ ਗਿਫਟ 80 ਕਰੋੜ ਦਾ ਗਿਫਟ ਉਹੋ ਹੀ ਦਿੰਦਾ ਜਿਹਨੇ 8,000 ਕਰੋੜ ਕਮਾਉਣਾ ਹੋਵੇ ਜੀ। 1% ਗਿਫਟ ਦੇ ਦਿੱਤਾ ਹੋਊਗਾ। ਇਹ ਤੋਂ ਬਗੈਰ ਕਿੱਦਾਂ ਦਿੱਤਾ ਜਾ ਸਕਦਾ?
ਜਦੋਂ ਗੱਲ ਭਾਰਤ ਸਰਕਾਰ ਕੋਲ ਆਈ ਹੈ ਤੇ ਭਾਰਤ ਸਰਕਾਰ ਕਹਿੰਦੀ ਜੀ ਉੱਥੇ ਕੰਪਨੀਆਂ ਦੀ ਆਪਸ ਵਿੱਚ ਸਰੀਕੇਬਾਜ਼ੀ, ਇੱਕ ਦੂਸਰੇ ਨੂੰ ਬਦਨਾਮ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕੱਢਦੇ ਆ ਤੇ ਵਿੱਚ ਸਾਡੇ ਵੱਲ ਇਸ਼ਾਰੇ ਕਰਦੇ, ਸਾਡਾ ਇਹ 'ਚ ਕੋਈ ਰੋਲ ਨਹੀਂ ਜੀ। ਇਹ ਗੱਲ ਰਾਜੀਵ ਗਾਂਧੀ ਨੇ ਵੀ ਆਖੀ ਸੀ ਉਹਦੇ ਵਕਤ ਜਦੋਂ ਬੋਫਰਸ ਤੋਪ ਖਰੀਦੀ ਗਈ। ਬਿਲਕੁਲ ਐਵੇਂ ਉਹਨੂੰ ਬੋਫਰਸ ਤੋਪ ਆਖੀ ਜਾਂਦੇ। ਬੋਫਰਸ ਤਾਂ ਕੰਪਨੀ ਹੈ, ਤੋਪ ਅਸਲ 'ਚ ਹਾਵਿਟਜ਼ਰ ਗਨ ਆ ਜਿਹਦੀ ਖਾਸੀਅਤ ਇਹ ਆ ਕਿ ਪਹਾੜੀ ਦੇ ਉਹਲੇ ਦੁਸ਼ਮਣ ਬੈਠਾ ਹੋਵੇ ਤੇ ਸਿੱਧਾ ਵਾਰ ਤੁਸੀਂ ਕਰ ਨਹੀਂ ਸਕਦੇ। ਉਸ ਤੋਪ ਦੇ ਨਾਲ ਗੋਲਾ ਉੱਪਰ ਦੀ ਜਾ ਕੇ ਪਹਾੜੀ ਦੇ ਪਿਛਲੇ ਪਾਸੇ ਦੁਸ਼ਮਣ ਤੇ ਡਿੱਗਦਾ, ਜੀ। ਉਹਨੂੰ ਹਾਵਿਟਜ਼ਰ ਕਹਿੰਦੇ ਆ। ਉਹ ਬੋਫਰਸ ਕੰਪਨੀ ਤੋਂ ਖਰੀਦੀ ਸੀ, ਉਦੋਂ 66 ਕਰੋੜ ਦਾ ਰੌਲਾ ਪਿਆ ਸੀ, 65 ਕਰੋੜ ਦਾ। ਤੇ ਜਦੋਂ ਰੌਲਾ ਉਦੋਂ 65 ਕਰੋੜ ਹੀ, ਅੱਜ ਦੇ 65,000 ਕਰੋੜ ਸੀ ਜੀ। ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਆ। ਜਦੋਂ ਇਹ ਪਿਆ ਸੀ ਰੌਲਾ ਤੇ ਰਾਜੀਵ ਗਾਂਧੀ ਵੀ ਕਹਿੰਦਾ ਸੀ ਦੋ ਕੰਪਨੀਆਂ ਦੀ ਆਪਸ ਵਿੱਚ ਸਰੀਕੇਬਾਜ਼ੀ, ਇੱਕ ਕੰਪਨੀ ਨੇ ਦੂਸਰੇ ਉੱਤੇ ਦੋਸ਼ ਲਾਏ ਨੇ ਉਹਨਾਂ ਦਾ, ਕਿਉਂਕਿ ਬਿਜ਼ਨਸ ਦਾ ਮਤਭੇਦ ਹੈ, ਇੱਕ ਦੂਸਰੇ ਦਾ ਰਾਹ ਕੱਟਦੇ ਆ, ਇਹਦੇ 'ਚ ਨਾਲ ਭਾਰਤ ਦੀ ਬਦਨਾਮੀ ਕੀਤੀ। ਐਨ ਉਹ ਗੱਲ ਹੁਣ ਨਰਿੰਦਰ ਮੋਦੀ ਸਰਕਾਰ ਕਹਿੰਦੀ ਹੈ ਜੀ ਦੋ ਕੰਪਨੀਆਂ ਦੀ ਸਰੀਕੇਬਾਜ਼ੀ, ਉਹਨਾਂ ਦੀ ਆਪਸੀ ਖਹਿਬਾਜ਼ੀ 'ਚ ਸਾਡੇ ਵੱਲ ਬੇਲੋੜੀਆਂ ਉਂਗਲਾਂ ਕੀਤੀਆਂ ਜਾ ਰਹੀਆਂ ਜੀ। ਪਰ ਮੈਂ ਫਿਰ ਕਹੂੰਗਾ ਕਿ ਜੇ ਕੁਛ ਨਾ ਕੁਛ ਕੀਤਾ ਤੇ ਉਂਗਲਾਂ ਤਾਂ ਹੀ ਉੱਠ ਰਹੀਆਂ, ਬਗੈਰ ਕੀਤੇ ਤੋਂ ਨਹੀਂ ਉੱਠ ਰਹੀਆਂ। ਜਿਹੜਾ ਕੋਈ ਚੋਰ ਆ ਉਹ ਫੜਿਆ ਜਾਣਾ ਚਾਹੀਦਾ। ਬਿਲਕੁਲ। ਪੰਨ ਸਾਹਿਬ, ਇੱਕ ਇਸਰੋ ਜਸੂਸੀ ਮਾਮਲਾ ਵੀ ਸੀਗਾ, ਇਹ ਵੀ ਬਹੁਤ ਚਰਚਾ ਵਿੱਚ ਹੈ। ਲੰਬਾ ਸਮਾਂ ਹੋ ਗਿਆ ਕੇਸ ਚੱਲਦੇ ਨੂੰ, ਸੁਪਰੀਮ ਕੋਰਟ ਨੇ ਹੁਣ ਇੱਥੇ ਸੁਣਵਾਈ ਦੇਣੀ ਹੈ। ਇੰਨੇ ਸਮੇਂ ਬਾਅਦ ਹੀ ਕਿਉਂ ਯਾਦ ਆਇਆ ਹੁਣ? ਦੇਖੋ 25-26 ਸਾਲ ਪਹਿਲਾਂ ਦੀ ਗੱਲ ਆ ਜੀ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇਸਰੋ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੀ ਆ ਸੈਟੇਲਾਈਟ ਉੱਪਰ ਨੂੰ ਦਾਗਦੀ ਹੈ, ਜੀ ਜੀ। ਉਹਦਾ ਬੜਾ ਸੀਨੀਅਰ ਸਾਇੰਟਿਸਟ ਨੰਬੀ ਨਰਾਇਣਨ, ਉਹਨੂੰ ਫੜਿਆ ਗਿਆ, ਉਹਦੇ ਉੱਤੇ ਕੇਸ ਪਾਇਆ ਗਿਆ ਕਿ ਜਸੂਸੀ ਸ਼ਾਮਲ ਆ, ਦੁਸ਼ਮਣ ਦੀ ਮਦਦ ਕਰਦਾ। ਉਹ ਕੇਸ ਕਈਆਂ ਏਜੰਸੀਆਂ 'ਚ ਘੁੰਮਿਆ, ਅਦਾਲਤ ਵਿੱਚ ਗਿਆ, ਫਿਰ ਪਤਾ ਲੱਗਾ ਕਿ ਉਹਦਾ ਕਸੂਰ ਕੋਈ ਨਹੀਂ ਸੀ। ਮਗਰ ਉਹ ਗੱਲ ਇਹ ਨਿਕਲੀ ਕਿ ਕੁਝ ਪੁਲਿਸ ਅਫਸਰਾਂ ਨੇ ਤਰੱਕੀਆਂ ਲੈਣ ਵਾਸਤੇ ਇਹ ਝੂਠਾ ਕੇਸ ਬਣਾਇਆ ਸੀ। ਜੀ। ਬਦਨਾਮੀ ਕਿਹਦੀ ਹੋਈ? ਸਭ ਤੋਂ ਵੱਧ ਨੁਕਸਾਨ ਹੋਇਆ ਨੰਬੀ ਨਰਾਇਣਨ ਦਾ, ਜਿਹੜਾ ਬਹੁਤ ਵਧੀਆ ਸਾਇੰਟਿਸਟ ਸੀ, ਬਹੁਤ ਉੱਪਰ ਤੱਕ ਤਰੱਕੀ ਕਰ ਸਕਦਾ ਸੀ, ਦੇਸ਼ ਦੀ ਸੇਵਾ ਕਰ ਸਕਦਾ ਸੀ। ਦੂਸਰਾ ਨੁਕਸਾਨ ਹੋਇਆ ਉਸ ਇਸਰੋ ਨਾਂ ਦੇ ਅਦਾਰੇ ਦਾ, ਜਿਹਦੇ ਵਿੱਚ ਸਾਇੰਸ ਦੀ ਖੋਜ ਹੁੰਦੀ ਸੀ, ਸਪੇਸ ਦੀ ਉੱਪਰ ਚੰਦ ਤਾਰਿਆਂ ਦੀ ਖੋਜ ਹੁੰਦੀ ਸੀ। ਉਹਦੀ ਬਦਨਾਮੀ ਇੰਨੀ ਹੋ ਗਈ ਕਿ ਇੱਕ ਵਾਰੀ ਉਹਦੇ ਸਾਇੰਟਿਸਟਾਂ ਨੇ ਪ੍ਰੈਸ ਵਾਲਿਆਂ ਨਾਲ ਗੱਲ ਕੀਤੀ ਕਿ ਸਾਨੂੰ ਜੀਣ ਵੀ ਦੇਣਾ, ਤੁਸੀਂ ਕਿੰਨੇ ਜੀਣ ਦੇਣਾ। ਜਿਹੜੇ ਕੰਪਲੈਕਸ ਵਿੱਚ ਉਹ ਸਾਇੰਟਿਸਟ ਰਹਿੰਦੇ ਸਨ, ਉਹਨਾਂ ਦੇ ਬੱਚੇ ਉੱਥੋਂ ਸਾਂਝੀ ਬੱਸ ਦੇ ਉੱਤੇ ਸਕੂਲ ਜਾ ਰਹੇ ਸਨ, ਨਾਲ ਇਹ ਸਾਇੰਟਿਸਟ ਆਪਣੀਆਂ ਗੱਡੀਆਂ ਤੇ ਜਾ ਰਹੇ ਸਨ, ਕਿਉਂਕਿ ਇਹਨਾਂ ਆਪਣੇ ਆਫਿਸ ਜਾਣਾ ਸੀ। ਜੀ। ਰਸਤੇ 'ਚ ਰੇਲਵੇ ਫਾਟਕ ਆ ਗਿਆ, ਫਾਟਕ ਬੰਦ ਸੀ, ਇਹਨਾਂ ਨੂੰ ਗੱਡੀ ਤੇ ਖਲੋਣਾ ਪੈ ਗਿਆ। ਸਿਕਿਉਰਿਟੀ ਇਹਨਾਂ ਦੇ ਨਾਲ ਸੀ ਤੇ ਆਸੇ-ਪਾਸੇ ਤੇ ਖੜੇ ਸਧਾਰਨ ਲੋਕ ਵੀ ਕਰੀ ਜਾਣ। ਇਹਨੂੰ ਲੰਘ ਜਾਣ ਤੋਂ ਪਹਿਲਾਂ ਇਹਨਾਂ ਕਿਸੇ ਨੂੰ, ਪਾਕਿਸਤਾਨ ਨੂੰ, ਕਿਸੇ ਦੂਜੇ ਦੇਸ਼ ਨੂੰ ਜਸੂਸੀ ਦੇ ਕਾਗਜ਼ ਦੇਣੇ ਹੋਣੇ ਆ। ਦੇਸ਼ ਦੇ ਸਾਇੰਟਿਸਟਾਂ ਦੀ ਇੰਨੀ ਬੇਇੱਜ਼ਤੀ ਹੋਵੇ ਕਿ ਘਰ ਤੋਂ ਆਪਣੇ ਦਫ਼ਤਰ ਨੂੰ ਜਾਂਦੇ ਆ ਤੇ ਰਾਹ 'ਚ ਲੋਕੀ ਟਿੱਪਣੀਆਂ ਕਰਨ, ਮਿਹਣੇ ਮਾਰਨ ਜੀ ਕਿ ਤੁਸੀਂ ਆਪਣੇ ਦਫ਼ਤਰ ਕੋਈ ਖੋਜ ਕਰਨ ਨਹੀਂ ਚੱਲੇ, ਤੁਸੀਂ ਤਾਂ ਜਸੂਸੀ ਦੇ ਕਾਗਜ਼ ਦੁਸ਼ਮਣ ਦੇਸ਼ ਨੂੰ ਪਹੁੰਚਾਉਣ ਵਾਸਤੇ ਚੱਲੇ ਜੀ। ਉਹਨਾਂ ਦੇ ਬੱਚਿਆਂ ਨੂੰ ਸਕੂਲ ਤੇ ਕਾਲਜ ਵਿੱਚ ਇਹ ਆਖਿਆ ਜਾਵੇ ਜਸੂਸ ਦਾ ਪੁੱਤਰ, ਉਹਨਾਂ ਨੂੰ ਕਿੰਨਾ ਜ਼ਿਆਦਾ ਮਾਨਸਿਕ ਪਰੇਸ਼ਾਨੀ 'ਚ ਲੰਘਣਾ ਪਿਆ। ਜੀ। ਫਿਰ ਅਦਾਲਤ ਵਿੱਚ ਜਾ ਕੇ ਸਾਬਤ ਹੋਇਆ ਕਿ ਸਾਰਾ ਕੇਸ ਝੂਠਾ ਬਣਾਇਆ ਗਿਆ ਸੀ। ਉਹਦੇ ਤੋਂ ਬਾਅਦ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਇਸ ਗੱਲ ਦੀ ਪੜਤਾਲ ਕਰੇ ਕਿ ਝੂਠਾ ਕੇਸ ਕਿੱਦਾਂ ਬਣਿਆ ਤੇ ਕਿਹਨਾਂ ਨੇ ਬਣਾਇਆ ਸੀ। ਜੀ। ਨਾਲ ਇਹ ਆਖਿਆ ਗਿਆ ਕਿ ਨੰਬੀ ਨਰਾਇਣਨ ਨੂੰ ਫੌਰੀ ਰਾਹਤ ਦੇ ਤੌਰ ਤੇ, ਰਿਲੀਫ ਦੇ ਤੌਰ ਤੇ 50 ਲੱਖ ਰੁਪਏ ਦਿੱਤੇ ਜਾਣ। ਕੇਰਲਾ ਦੀ ਸਰਕਾਰ ਨੇ ਦੇ ਦਿੱਤੇ, ਪਰ 50 ਲੱਖ ਰੁਪਏ ਇਹ ਹੁੰਦੇ ਕੀ ਆ? ਉਹ ਬੰਦਾ ਜਿੱਡਾ ਵੱਡਾ ਸਾਇੰਟਿਸਟ ਸੀ, ਉਦੋਂ ਤੋਂ ਲੱਗ ਕੇ ਹੁਣ ਤੱਕ ਦੀਆਂ ਉਹਦੀਆਂ ਜੇ ਤਨਖਾਹਾਂ ਕਿੰਨੀਆਂ ਜੋੜ ਲਈਆਂ ਜਾਣ ਤੇ ਮੁਆਫ ਕਰਨਾ ਉਹ ਹੀ 10 ਕਰੋੜ ਤੋਂ ਵੱਧ ਬਣ ਜਾਣੀਆਂ। ਜੀ। ਜਿਹੜਾ ਉਹਦਾ ਮਾਣ ਸਨਮਾਨ ਸੀ, ਜਿਹੜੇ ਉਹਦੇ ਵਕਾਰ ਨੂੰ ਸੱਟ ਮਾਰੀ ਗਈ, ਜਿਹੜੀ ਉਹਨੂੰ ਤੇ ਉਹਦੇ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਹੋਈ, ਉਹ ਸਾਰਾ ਮੁੱਲ ਜੇ ਗਿਣਿਆ ਜਾਵੇ, ਅਵਲ ਤਾਂ ਉਹਦਾ ਮੁੱਲ ਹੀ ਕੋਈ ਨਹੀਂ ਪਾਇਆ ਜਾ ਸਕਦਾ। ਜੀ। ਜੇ ਪਾਉਣਾ ਹੋਵੇ ਬੜੇ ਆਰਾਮ ਨਾਲ 500 ਕਰੋੜ ਪੈ ਸਕਦਾ। 500 ਕਰੋੜ ਦੇ ਰੁਪਏ ਬਜਾਏ 50 ਲੱਖ ਰੁਪਏ ਜੇ ਦਵਾਏ ਗਏ। ਜੀ। ਹੁਣ ਉਹਦੀ ਰਿਪੋਰਟ ਆ ਗਈ ਹੈ ਕਿ ਉਹ ਕੇਸ ਕਿਹਨੇ ਬਣਾਇਆ ਸੀ, ਕਿੱਦਾਂ ਬਣਾਇਆ ਸੀ, ਕਿਉਂ ਬਣਾਇਆ ਸੀ, ਸੁਪਰੀਮ ਕੋਰਟ 'ਚ ਪੇਸ਼ ਹੋ ਗਈ ਹੈ। ਮੈਂ ਸਮਝਦਾ ਕਿ ਇਸ ਕੇਸ ਦੇ ਉੱਤੇ ਕੋਈ ਡਿਲੇ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੂੰ ਪ੍ਰਾਇਓਰਟੀ ਤੇ, ਪਹਿਲ ਦੇ ਆਧਾਰ ਤੇ ਇਹੋ ਜਿਹਾ ਕੇਸ ਲੈ ਕੇ ਜਿਹੜੇ ਵੀ ਦੋਸ਼ੀ ਨੇ ਪੁਲਿਸ ਅਫਸਰ, ਉਹਨਾਂ ਸਾਰਿਆਂ ਦੇ ਗੱਲ ਰੱਸਾ ਪਾਉਣਾ ਚਾਹੀਦਾ, ਜੇਲ੍ਹ ਭੇਜਣਾ ਚਾਹੀਦਾ ਕਿ ਤੁਸੀਂ ਇਹ ਝੂਠਾ ਕੇਸ
ਐਡੇ ਮਹਾਨ ਸਾਇੰਟਿਸਟ ਜਿਹੜੇ ਦੇਸ਼ ਦੇ ਸੀ ਉਹਨਾਂ ਤੇ ਕਿਉਂ ਬਣਾਇਆ, ਤੇ ਜਿਹੜੇ ਮਰ ਗਏ ਆ ਉਹਨਾਂ ਦੇ ਵੀ ਬਾਰੇ ਸਪਸ਼ਟ ਹੋਣਾ ਚਾਹੀਦਾ ਦੇਸ਼ ਨੂੰ ਕਿ ਆਹ ਸੀਗੇ ਮਾੜੇ ਪੁਲਿਸ ਅਫਸਰ ਜਿਨ੍ਹਾਂ ਨੇ ਦੇਸ਼ ਦਾ ਔਰ ਐਡੇ ਵੱਡੇ ਸਾਇੰਟਿਸਟ ਦਾ ਨਾਂ ਖਰਾਬ ਕੀਤਾ। ਇਹ ਗੱਲ ਜਿਹੜੀ ਰਿਕਾਰਡ ਤੇ ਹੋਣੀ ਚਾਹੀਦੀ ਸਰ। ਪਰ ਸਾਹਿਬ ਇੱਕ ਗੱਲ ਹੋਰ ਹੈ ਕਿ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਹੈ, ਪਿਛਲੀਆਂ ਸਰਕਾਰਾਂ ਨੇ ਵੀ ਕਦੀ ਸੋਚਿਆ ਨਹੀਂ ਹੋਊਗਾ ਇਹਦੇ ਬਾਰੇ? ਨਹੀਂ, ਪਿਛਲੀਆਂ ਸਰਕਾਰਾਂ, ਪਹਿਲਾਂ ਤਾਂ ਸਰਕਾਰਾਂ ਇਹੋ ਸਮਝਦੀਆਂ ਰਹੀਆਂ ਕਿ ਪੁਲਿਸ ਨੇ ਜਸੂਸੀ ਕੇਸ ਫੜ ਲਿਆ ਜੀ, ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗਾ। ਹੌਲੀ ਹੌਲੀ ਗੱਲ ਖੁੱਲੀ, ਫਿਰ ਸਰਕਾਰਾਂ 'ਚ ਵੀ ਗੱਲ ਚੱਲੀ ਕਿ ਇਹਨੂੰ ਛੱਡਿਆ ਜਾਣਾ ਚਾਹੀਦਾ ਤੇ ਝੂਠਾ ਕੇਸ ਬਣਿਆ ਜੀ। ਇਸ ਤਰ੍ਹਾਂ ਦੇ ਬਾਕੀ ਸਾਇੰਟਿਸਟਾਂ ਨੇ ਵੀ ਆਖਿਆ ਜੀ ਬੰਦਾ ਨਜਾਇਜ਼ ਰਗੜਿਆ ਜਾ ਰਿਹਾ, ਉਹਦਾ ਕਰਕੇ ਫਿਰ ਮੁਕੱਦਮਾ ਜਿੱਥੇ ਚੱਲਦਾ ਸੀ ਉਸ ਮੁਕੱਦਮੇ 'ਚ ਵੀ ਢਿੱਲਾਂ ਮਿਲੀਆਂ ਜੀ, ਇਹਨੂੰ ਫਿਰ ਛੱਡਿਆ ਗਿਆ ਕਿਉਂਕਿ ਸਬੂਤ ਹੀ ਨਹੀਂ ਸਨ। ਜਿਹੜੀਆਂ ਗੱਲਾਂ ਦੇ ਆਧਾਰ ਤੇ ਉਹਨੂੰ ਫੜਿਆ ਗਿਆ ਉਹ ਗੱਲਾਂ ਹੀ ਕੁਛ ਨਹੀਂ ਸਨ ਬਣਦੀਆਂ। ਅੰਦਰੋਂ ਅਦਾਲਤਾਂ ਨੇ ਵੇਖਿਆ ਕਿ ਬੰਦਾ ਬੇਗੁਨਾਹ ਫਸਿਆ, ਛੱਡ ਦਿੱਤਾ। ਪਰ ਜਿਹੜੇ ਬੰਦੇ ਨੇ ਇੰਨਾ ਸਮਾਂ ਉਸ ਅਦਾਰੇ 'ਚ ਰਹਿ ਕੇ ਰਾਤ ਦਿਨ ਖੋਜ ਕਰਨੀ ਸੀ, ਉਹਨੂੰ ਇੰਨਾ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ ਜੀ। ਇਹ ਨੁਕਸਾਨ ਕਿਹਦਾ ਹੋਇਆ? ਉਹਦਾ ਵੀ, ਦੇਸ਼ ਦਾ ਵੀ ਹੋਇਆ। ਦੇਸ਼ ਦਾ ਬਿਲਕੁਲ। ਪੰਗ ਸਾਹਿਬ ਅਗਲੀ ਖਬਰ ਵੱਲ ਵਧਦੇ ਆ। ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲੱਗਦੇ ਪਏ ਆ, ਕੁਝ ਪਾਰਟੀ ਦੇ ਆਗੂ ਉਹਨਾਂ ਨੇ ਦੋਸ਼ ਲਗਾਇਆ ਕਿ ਸਿਗਰਟ ਕੰਪਨੀਆਂ ਤੋਂ ਫੰਡ ਲਿਆ ਗਿਆ। ਕਿੰਨਾ ਕੁ ਇਹ ਸੱਚ ਹੈ? ਕਿਉਂਕਿ ਦੋਸ਼ ਬਹੁਤ ਵੱਡੇ ਨੇ। ਜਿਸ ਬੰਦੇ ਨੇ ਦੋਸ਼ ਲਗਾਇਆ ਕੱਲਾ ਹਿਸਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਦਾ ਲੀਡਰ ਹੈ ਮਾਨਵਿੰਦਰ ਸਿੰਘ ਗਿਆਸਪੁਰਾ ਜੀ। ਇਹ ਇੰਜੀਨੀਅਰ ਹੁੰਦਾ ਸੀ। ਦਿੱਲੀ ਦੇ ਲਾਗੇ ਹੋਂਦ ਚਿੱਲੜ ਦੇ ਵਿੱਚ 28-29 ਬੰਦੇ ਜਿਹੜੇ 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਮਾਰ ਕੇ ਸਾੜ ਕੇ ਦੱਬ ਦਿੱਤੇ ਸੀ। ਉਹਨਾਂ ਦੇ ਘਰ-ਬਾਰ ਵੀ ਸਾੜ ਦਿੱਤੇ, ਜ਼ਮੀਨਾਂ ਤੇ ਕਬਜ਼ੇ ਹੋ ਗਏ ਸੀ। 30 ਸਾਲ ਤੱਕ ਉਹਨਾਂ ਦਾ ਪਤਾ ਨਹੀਂ ਲੱਗਾ। ਉਹ ਸਾਰਾ ਕੇਸ ਇਹਨੇ ਨੰਗਾ ਕੀਤਾ ਸੀ। ਜਿਹੜੇ ਬੰਦੇ ਨੇ ਇੰਨਾ ਕੰਮ ਕੀਤਾ ਹੋਇਆ ਸੀ ਜੀ, ਉਹ ਬੰਦਾ ਬਾਅਦ ਵਿੱਚ ਆ ਪਿਛਲੀਆਂ ਚੋਣਾਂ 'ਚ ਫਤਿਹਗੜ੍ਹ ਸਾਹਿਬ ਹਲਕੇ ਤੋਂ ਲੋਕ ਇਨਸਾਫ ਪਾਰਟੀ ਵੱਲੋਂ ਉਮੀਦਵਾਰ ਸੀ। ਸਬੰਧ ਵਿਗੜ ਕੇ ਆਮ ਆਦਮੀ ਪਾਰਟੀ ਚਲਾ ਗਿਆ, ਪਰ ਉਹਦੇ ਉੱਤੇ ਦਾਗ ਤੇ ਕੋਈ ਨਹੀਂ ਗਾ। ਉਹਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਅਕਾਲੀ ਪਾਰਟੀ ਨੇ ਰਾਜਸਥਾਨ ਦੀ ਇੱਕ ਬਹੁਤ ਵੱਡੀ ਸ਼ਰਾਬ ਕੰਪਨੀ ਤੋਂ ਵੀ ਪੈਸੇ ਲਏ ਤੇ ਤੰਬਾਕੂ ਕੰਪਨੀ ਤੋਂ ਵੀ। ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ ਕਿ ਮੈਨੂੰ ਪਤਾ ਨਹੀਂ, ਕਿਉਂਕਿ ਜਿਹੜੀ ਚੋਣ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਹੈ ਜੀ, ਉਸ ਰਿਪੋਰਟ 'ਚ ਉਹਨਾਂ ਪੈਸਿਆਂ ਦਾ ਜ਼ਿਕਰ ਹੈ ਜੀ ਅਸੀਂ ਤੰਬਾਕੂ ਕੰਪਨੀ ਤੋਂ ਵੀ ਪੈਸੇ ਲਏ। ਇਹ ਗੱਲ ਅਕਾਲੀ ਦਲ ਬਣਾਉਣ ਲੱਗਿਆ ਆਖੀ ਗਈ ਕਿ ਇਹ 'ਚ ਕੋਈ ਨਸ਼ਾ ਪੱਤਾ ਪੀਣ ਵਾਲਾ ਮੈਂਬਰ ਨਹੀਂ ਬਣਾਇਆ ਜਾਊਗਾ। ਬਿਲਕੁਲ। ਫਿਰ ਨਸ਼ੇ ਵਾਲੇ ਮੈਂਬਰ ਵੀ ਬਣਨ ਲੱਗ ਪਏ। ਸਾਡੇ ਕੋਲ ਤਾਂ ਸਬੂਤ ਹੈ ਕਿ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰ ਅਕਾਲੀ ਦਲ ਦੇ ਮੈਂਬਰ ਵੀ ਬਣੇ, ਲੀਡਰ ਵੀ ਬਣੇ, ਚੋਣਾਂ ਵੀ ਲੜੀਆਂ, ਪਾਰਲੀਮੈਂਟ ਮੈਂਬਰ ਵੀ ਬਣੇ, ਮੰਤਰੀ ਵੀ ਬਣੇ, MLA ਵੀ ਬਣੇ। ਸ਼੍ਰੋਮਣੀ ਕਮੇਟੀ ਦੇ 2 ਮੀਆਂ ਬੀਵੀ ਮੈਂਬਰ ਵਧੀਆ ਵਿਸਕੀ ਦੀਆਂ ਪੇਟੀਆਂ ਕਾਲਾ ਸਿੰਘਾ ਚੜਾਉਣ ਗਿਆ ਸੀ ਉਹ ਡੇਰੇ ਤੇ ਜਿੱਥੇ ਸ਼ਰਾਬ ਚੜ੍ਹਦੀ ਹੈ ਜੀ। ਇਹ ਸਭ ਕੁਝ ਹੁੰਦਾ ਰਿਹਾ। ਆਹ ਗੱਲ ਕੋਈ 8-9 ਸਾਲ 10 ਸਾਲ ਪਹਿਲਾਂ ਆਈ ਸੀ ਕਿ ਤੰਬਾਕੂ ਵਾਲੀ ਕੰਪਨੀ ਤੋਂ ਅਕਾਲੀ ਦਲ ਪੈਸੇ ਲੈਂਦਾ। ਤੰਬਾਕੂ ਨੂੰ ਸਿੱਖ ਸੱਭਿਆਚਾਰ ਦੇ ਵਿੱਚ, ਸਿੱਖ ਰਵਾਇਤਾਂ ਦੇ ਵਿੱਚ ਜਗਤ ਝੂਠ ਆਖਿਆ ਗਿਆ। ਜਿਹੜੇ ਤੰਬਾਕੂ ਬਾਰੇ ਸਿੱਖਾਂ ਦੇ ਵਿੱਚ ਇੰਨੀ ਨਫ਼ਰਤ ਹੈ ਉਹ ਗੁਰੂ ਸਾਹਿਬ ਦੇ ਵੇਲੇ ਤੋਂ ਮਨਾਹੀ ਕੀਤੀ ਗਈ। ਅੱਜ ਜਦੋਂ 10 ਸਾਲ ਪਹਿਲਾਂ ਗੱਲ ਆਈ ਕਿ ਅਕਾਲੀ ਦਲ ਤੇ ਉਹਨਾਂ ਤੋਂ ਵੀ ਪੈਸੇ ਲੈਂਦਾ ਜੀ, ਉਦੋਂ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਪਿੱਛੇ ਅਣਜਾਣਪੁਣੇ 'ਚ ਹੋ ਗਿਆ, ਅੱਗੇ ਤੋਂ ਨਹੀਂ ਲਵਾਂਗੇ। ਹੁਣ ਜਿਹੜਾ ਤਾਜ਼ਾ ਰਿਕਾਰਡ ਉਹਨੇ ਸਾਹਮਣੇ ਰੱਖ ਦਿੱਤਾ। ਉਸ ਰਿਕਾਰਡ ਵਿੱਚ ਤੇ ਫਿਰ ਸਾਫ਼ ਲਿਖਿਆ ਕਿ ਅਕਾਲੀ ਦਲ ਅਜੇ ਵੀ ਉਹਦੇ ਤੋਂ ਪੈਸੇ ਲੈ ਰਿਹਾ। ਤੰਬਾਕੂ ਕੰਪਨੀ ਤੋਂ ਪੈਸੇ ਜੀ, ਆਪਣੇ ਆਪ ਨੂੰ ਅਕਾਲ ਪੁਰਖ ਨੂੰ ਸਮਰਪਿਤ ਤੇ ਸਿੱਖੀ ਨੂੰ ਸਮਰਪਿਤ ਪਾਰਟੀ ਜੇ ਲਵੇ ਤੇ ਗੱਲ ਤਾਂ ਸ਼ਰਮਨਾਕ ਹੈਗੀ ਆ। ਉਹਨਾਂ ਨੇ ਆਖਿਆ ਜੀ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਜਾਣਾ ਚਾਹੀਦਾ। ਸਦਨਾ ਸੁਦਨਾ ਕਹੇ ਨਹੀਂ, ਉੱਥੇ ਜਾ ਕੇ ਕਹਿਣਗੇ ਜੀ ਸਿਆਸੀ ਪਾਰਟੀਆਂ ਸਭ ਕੁਝ ਕਰਦੀਆਂ ਹੀ ਹੁੰਦੀਆਂ। ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਲੜਦੀਆਂ ਉਦੋਂ ਸਿਆਸੀ ਪਾਰਟੀ ਨਹੀਂ, ਧਾਰਮਿਕ ਪਾਰਟੀਆਂ। ਪਰ ਇਸ ਮਾਮਲੇ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜੀ, ਉਹ ਅਕਾਲ ਤਖਤ ਨਹੀਂ ਡਿੱਕਣਾ ਚਾਹੀਦਾ, ਉਹਦੇ 'ਚ ਅਦਾਲਤਾਂ ਨਹੀਂ ਡਿੱਕਣੀਆਂ ਚਾਹੀਦੀਆਂ, ਕਿਉਂਕਿ ਸਿੱਖ ਸਮਾਜ ਦੇ ਵਿੱਚ ਚਰਚਾ ਦਾ ਮੁੱਦਾ ਅਕਾਲੀ ਦਲ ਦੀ ਆਪਣੀ ਲੀਡਰਸ਼ਿਪ ਨੂੰ ਜਿਹੜੇ ਕੋਰ ਕਮੇਟੀ 'ਚ ਬੈਠੇ ਨੇ 100 ਕਿਸਮ ਦੇ ਲੋਕ ਜੀ, ਜਿਹੜੇ ਅਜੇ ਵੀ ਮਾੜਾ ਮੋਟਾ ਕੋਈ ਸਿੱਖੀ ਰੋਹ ਰੀਤਾਂ, ਕੁਝ ਇਹ ਸਮਾਜ ਦੀ ਅੱਖ ਦੀ ਸ਼ਰਮ ਮੰਨਦੇ ਨੇ, ਉਹਨਾਂ ਸਾਰਿਆਂ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਠੋਕ ਕੇ ਆਖਣਾ ਚਾਹੀਦਾ ਕਿ ਪ੍ਰਧਾਨ ਜੀ ਤੁਹਾਡੇ ਪਿੱਛੇ ਖਲੋ ਕੇ ਬਥੇਰੀ ਬੇਇੱਜ਼ਤੀ ਅਸੀਂ ਆਪਣੇ ਵੀ ਕਰਾ ਲਈ, ਪਾਰਟੀ ਦੀ ਵੀ ਕਰਾ ਲਈ ਹੈ, ਘੱਟੋ ਘੱਟ ਆਹ ਕੰਮ ਤੇ ਬੰਦ ਕਰ ਦਿਓ। ਬਿਲਕੁਲ। ਕੈਂਸਰ ਨੂੰ ਵਧਾਉਣ ਵਾਲਾ ਤੰਬਾਕੂ ਜਿਹਦੀ ਸਿੱਖੀ 'ਚ ਮੁੱਢਲੇ ਤੌਰ ਤੇ ਮਨਾਹੀ ਕੀਤੀ ਗਈ ਹੈ, ਕਰਹਿਤਾ ਚਾਹੁੰਦਾ, ਉਹਨਾਂ ਤੋਂ ਤਾਂ ਪੈਸੇ ਨਾ ਲਓ। ਅਗਲੀ ਖਬਰ ਵੀ ਮਿਲਦੀ ਜੁਲਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਵੱਖ-ਵੱਖ ਥਾਵਾਂ ਤੋਂ ਉਮੀਦਵਾਰ ਵੀ ਐਲਾਨ ਦਿੱਤੇ ਗਏ ਆ। ਬੀਬੀ ਜਗੀਰ ਕੌਰ ਦੇ ਇਲਾਕੇ ਵਿੱਚ ਰੈਲੀ ਹੋਈ ਹੈ, ਪਰ
ਉਮੀਦਵਾਰ ਐਲਾਨਿਆ ਨਹੀਂ, ਉਹਦੇ ਨਾਮ ਨੂੰ ਲੈ ਕੇ ਚੁੱਪੀ ਵੱਟ ਲਈ ਹੈ, ਜਾਂ ਉੱਥੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ? ਇਹਦਾ ਕੀ ਕਾਰਨ ਹੋ ਸਕਦਾ ਫਿਰ? ਦੇਖੋ, ਹੁਣ ਸਥਿਤੀਆਂ ਪਹਿਲਾਂ ਨਾਲੋਂ ਬਦਲ ਗਈਆਂ। ਜੀ। ਅੱਗੇ ਅਸੀਂ ਵੇਖਦੇ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਗੁਰਚਰਨ ਸਿੰਘ ਚੋਣਾ ਲੜ ਰਹਿੰਦੇ ਸੀ, ਟੋੜਾ ਸਾਹਿਬ ਜੀ ਜਿੱਤ ਰਹਿੰਦੇ ਸੀ। MLA ਵੀ ਬਣਦੇ ਰਹੇ ਉਹੋ ਹੀ ਬੰਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਵੀ ਮੈਂਬਰ ਸੀ। ਅਗਲੀ ਵਾਰੀ ਤੱਕ ਸ਼ਾਇਦ ਇਹ ਸਥਿਤੀਆਂ ਨਾ ਰਹਿਣ। ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਜੇ ਚੋਣਾਂ ਲੜਨ ਲੱਗੇ ਤੇ ਮਾਮਲੇ ਇਸ ਵਾਰੀ ਅਦਾਲਤਾਂ ਵਿੱਚ ਜਾਣੇ। ਪਿਛਲੀ ਵਾਰੀ ਪਾਰਲੀਮੈਂਟ ਚੋਣਾਂ ਜਿਹੜੀਆਂ 2019 ਦੀਆਂ ਜੀ, ਅਕਾਲੀ ਦਲ ਦੇ ਸਟਾਰ ਪ੍ਰਚਾਰਕਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਆ ਗਿਆ ਸੀ। ਪਰ ਫਿਰ ਇਹ ਚਰਚਾ ਚੱਲ ਪਈ ਕਿ ਜੇ ਲੌਂਗੋਵਾਲ ਕਿਸੇ ਜਲਸੇ 'ਚ ਜਾ ਕੇ ਬੋਲਿਆ ਤੇ ਧਰਮ ਦੀ ਦੁਰਵਰਤੋਂ ਦਾ ਰਾਜਨੀਤਿਕ ਵਾਸਤੇ ਵਰਤੋਂ ਦਾ ਮੁੱਦਾ ਬਣਨਾ, ਅਦਾਲਤ ਵਿੱਚ ਕੇਸ ਜਾ ਸਕਦਾ। ਜੀ। ਪਿਛਲੇ ਨਵੰਬਰ ਦੇ ਵਿੱਚ ਅਕਾਲੀ ਦਲ ਨੇ ਆਪਣੀ ਚੋਣ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਲਿਆ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਹਲਾ ਕਰਤਾ, ਕਿਉਂਕਿ ਲੌਂਗੋਵਾਲ ਗੱਲ ਸਿਰਫ ਇਹ ਨਹੀਂ ਕਿ ਅਕਾਲੀ ਦਲ ਜਿੰਨਾ ਵਰਤਣਾ ਚਾਹੁੰਦਾ ਵਰਤ ਲਿਆ ਤੇ ਪਾਸੇ ਕਰਤਾ, ਦੂਜੀ ਹੈ ਕਿ ਲੌਂਗੋਵਾਲ ਫਿਰ ਚੋਣ ਵੀ ਲੜਨੀ ਚਾਹੁੰਦਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਚੋਣ ਲੜਨਾ ਸ਼ਾਇਦ ਅਗਲੇ ਸਮੇਂ 'ਚ ਸੌਖਾ ਨਾ ਹੋਵੇ, ਅਦਾਲਤਾਂ ਤੱਕ ਗੱਲ ਜਾ ਸਕਦੀ। ਹੁਣ ਬੀਬੀ ਦੇ ਹਲਕੇ 'ਚ ਰੈਲੀ ਕੀਤੀ ਹੈ ਜੀ। ਇਹ ਗੱਲ ਅਖਬਾਰਾਂ ਨੇ ਉਭਾਰ ਕੇ ਪੇਸ਼ ਕੀਤੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਰੈਲੀ ਕੀਤੀ ਤੇ ਆਪਣਾ ਨਾਂ ਅਨਾਉਂਸ ਕਰਤਾ ਜੀ। ਖੇਮਕਰਨ ਹਲਕੇ 'ਚ ਰੈਲੀ ਕੀਤੀ, ਵਿਰਸਾ ਹੋਮਟੋਏ ਦਾ ਨਾਂ ਕਰਤਾ। ਅਜਨਾਲੇ 'ਚ ਕੀਤੀ, ਅਮਰਪਾਲ ਸਿੰਘ ਬੋਣੀ ਦਾ ਕਰਤਾ। ਅਟਾਰੀ ਦੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਦਾ ਕਰਤਾ। ਜੀਰਕਪੁਰ ਜਾ ਕੇ ਡੇਰਾ ਬੱਸੀ ਹਲਕੇ ਤੋਂ NK ਸ਼ਰਮੇ ਦਾ ਕਰਤਾ। ਜਦੋਂ ਭੁਲੱਥ ਹਲਕੇ 'ਚ ਆਏ, ਇਹ ਭੁਲੱਥ ਨਡਾਲੇ ਰੈਲੀ ਕਰਨ, ਰੈਲੀ ਉਹਨਾਂ ਰੈਲੀਆਂ ਨਾਲ ਦੀ ਹੋਵੇ, ਲੋਕੀ ਡਿੱਕਣ ਕਿ ਅੱਜ ਬੀਬੀ ਜਗੀਰ ਕੌਰ ਦੇ ਨਾਂ ਦਾ ਐਲਾਨ ਹੋ ਜਾਣਾ ਤੇ ਨਾਂ ਦਾ ਐਲਾਨ ਕੀਤਾ ਹੀ ਨਾ ਜਾਵੇ। ਜੀ। ਇਸ ਗੱਲ ਨੇ ਹਰ ਇੱਕ ਦਾ ਧਿਆਨ ਖਿੱਚਿਆ। ਜਿਹੜੀ ਗੱਲ ਲੋਕਾਂ ਦੇ ਸਮਝ ਵਿੱਚ ਨਹੀਂ ਆਈ ਉਹ ਇਹ ਆ ਕਿ ਸ਼ਾਇਦ ਇਸ ਵਾਰੀ ਬੀਬੀ ਜਗੀਰ ਕੌਰ ਵਿਧਾਨ ਸਭਾ ਦੀ ਚੋਣ ਨਹੀਂ ਲੜੇਗੀ। ਉਹ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ। ਤੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਕੋਈ ਨਵਾਂ ਤੇ ਕੋਈ ਓਪਰਾ ਬਾਹਰ ਦਾ ਉਮੀਦਵਾਰ ਲੜੇਗਾ। ਇਹ ਚੋਣ ਬੀਬੀ ਦੇ ਪਰਿਵਾਰ 'ਚੋਂ ਇੱਕ ਜੀ ਲੜੇਗਾ। ਉਸ ਜੀ ਨੂੰ ਖੜਾ ਕਰਕੇ ਤੇ ਬੀਬੀ ਜੀ ਤੇ ਬਾਕੀ ਸਾਰੀ ਪਾਰਟੀ ਜ਼ੋਰ ਲਾਵੇਗੀ। ਭੁਲੱਥ ਦੀ ਚੋਣ ਵਿੱਚ ਬੀਬੀ ਜੀ ਦੇ ਪਰਿਵਾਰ 'ਚੋਂ ਇੱਕ ਜੀ ਤਿਆਰ ਹੈ। ਇਸ ਕਰਕੇ ਜਾਣ ਬੁੱਝ ਕੇ ਕੱਲ੍ਹ ਦੀ ਰੈਲੀ ਵਿੱਚ ਕਿਸੇ ਦੇ ਨਾਂ ਦਾ ਐਲਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤਾ। ਅੰਦਰਲੀਆਂ ਗੱਲਾਂ ਸਾਰੀਆਂ ਸਟੇਜਾਂ ਤੋਂ ਦੱਸਣ ਦੀ ਲੋੜ ਨਹੀਂ ਹੁੰਦੀ ਜੀ। ਕੁਝ ਗੱਲਾਂ ਉਹ ਜਿਹੜਾ ਹੈਗਾ ਨਾ, ਸਮਝਣੇ ਵਾਲੇ ਸਮਝ ਗਏ, ਜੋ ਨਾ ਸਮਝੇ ਉਹ ਅਨਾੜੀ ਹੈ। ਇਸ ਚੁੱਪ ਦੇ ਵਿੱਚੋਂ ਵੀ ਰੈਲੀ ਕਰਕੇ ਵੀ ਨਾ ਅਨਾਉਂਸ ਨਾ ਕੀਤਾ ਜਾਣਾ, ਇਹਦੇ ਪਿੱਛੇ ਜਿਹੜੀ ਖੇਡ ਹੈ ਸਿਆਸੀ ਤੌਰ ਤੇ, ਉਹ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਉਹ ਸਾਰੇ ਲੋਕ ਬੜੀ ਚੰਗੀ ਤਰ੍ਹਾਂ ਸਮਝ ਗਏ। ਬਿਲਕੁਲ। ਪੰਨ ਸਾਹਿਬ, ਅਗਲੀ ਖਬਰ ਵੱਧਦੇ ਹਾਂ। ਹੁਣ ਇੱਕ ਹੋਰ ਦੋਸ਼ ਲੱਗਦੇ ਪਏ ਆ ਕਿ ਗੁਰਦੁਆਰਾ ਸਾਹਿਬ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨੂੰ ਲੈ ਕੇ ਵੀ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਕੰਮ ਚੱਲਦਾ ਪਿਆ ਹੈ। ਤੁਹਾਨੂੰ ਕੀ ਲੱਗਦਾ ਹੈ, ਸਹੀ ਹੈ ਜਾਂ ਫਿਰ ਚਰਚਾ ਕਿਸੇ ਤਰ੍ਹਾਂ ਦੀ? ਦੇਖੋ, ਦੋ ਗੱਲਾਂ ਚੱਲਦੀਆਂ। ਇੱਕ ਤਾਂ ਇਹ ਕਿ ਮੋਹਾਲੀ 'ਚੋਂ ਗੁਰਦੁਆਰੇ ਦੀ ਜ਼ਮੀਨ ਦਿੱਤੀ ਗਈ, ਮਹਿੰਗੀ ਜ਼ਮੀਨ ਸੀ, ਉਹਦੇ ਬਦਲੇ ਉਨੀ ਕੁ ਜ਼ਮੀਨ ਮਲੇਰਕੋਟਲੇ 'ਚ ਲੈ ਲਈ, ਉਹ ਸਸਤੀ ਹੈ। ਮਹਿੰਗੀ ਦੇ ਕੇ ਸਸਤੀ ਲਈ। ਇੱਦਾਂ ਦਾ ਰੌਲਾ ਤਾਂ ਫਤਿਹਗੜ੍ਹ ਸਾਹਿਬ ਦੇ ਲਾਗੇ ਵੀ 2 ਵਾਰੀ ਪੈ ਚੁੱਕਾ, ਅੱਡ-ਅੱਡ ਸਮਿਆਂ 'ਚ ਪਿਆ, ਹੋਰ ਵੀ ਕਈਆਂ ਥਾਵਾਂ 'ਤੇ ਪਿਆ। ਸ਼੍ਰੋਮਣੀ ਕਮੇਟੀ ਦੀਆਂ ਜਿੱਥੇ-ਜਿੱਥੇ ਜ਼ਮੀਨਾਂ ਨੇ, ਉਹਨਾਂ ਜ਼ਮੀਨਾਂ ਦੇ ਠੇਕੇ ਤੋਂ ਵੀ ਰੌਲਾ ਪੈਂਦਾ। ਕਈ ਵਾਰੀ ਪਿੱਟ ਪਟੋਟਾ ਵੀ ਹੈ। ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਕਦੇ-ਕਦੇ ਤਲਵਾਰਾਂ ਲੈ ਕੇ ਵੀ ਜਾਂਦੀ ਹੈ। ਦੂਸਰਾ ਮਾਮਲਾ ਮੋਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਦਾ, ਉਹਦੀ ਜ਼ਮੀਨ ਦਾ ਜੀ ਰੌਲਾ ਪਾਇਆ ਜਾ ਰਿਹਾ ਜੀ। ਗੁਰਦੁਆਰਾ ਵੇਚਿਆ ਜਾ ਰਿਹਾ, ਜ਼ਮੀਨ ਵੇਚੀ ਜਾ ਰਹੀ ਹੈ। ਜਿੰਨੀ ਮੇਰੀ ਜਾਣਕਾਰੀ ਹੈ ਉਹ ਇਹ ਹੈ ਕਿ ਗੁਰਦੁਆਰਾ ਨਹੀਂ ਵੇਚਿਆ ਜਾ ਰਿਹਾ। ਦੂਜੀ ਗੱਲ, ਜ਼ਮੀਨ ਨਹੀਂ ਵੇਚੀ ਜਾ ਰਹੀ। ਗਮਾਡਾ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਜਿਹੜੀ ਆ ਜੀ, ਉਹ ਉੱਥੇ ਸ਼ਾਇਦ 5 ਸੈਕਟਰ ਜਿਹੜਾ ਉਹ ਨਵਾਂ ਬਣਾਉਣਾ ਚਾਹੁੰਦੀ ਹੈ। ਉਹਦੇ ਵਾਸਤੇ ਜ਼ਮੀਨਾਂ ਉਹਨਾਂ ਅਕਵਾਇਰ ਕਰਨੀਆਂ ਕਰ ਲਈ। ਜੇ ਉਹਦੇ ਵਿੱਚ ਧਰਮ ਸਥਾਨ ਹੁੰਦਾ, ਗੁਰਦੁਆਰਾ ਸਾਹਿਬ ਉਸ ਅਕਵਾਇਰ ਕੀਤੀ ਜ਼ਮੀਨ ਚਾਹੁੰਦਾ ਹੁੰਦਾ ਤੇ ਗੁਰਦੁਆਰਾ ਅਕਵਾਇਰ ਉਹ ਨਹੀਂ ਸੀ ਕਰ ਸਕਦੇ। ਹੁਣ ਗੁਰਦੁਆਰਾ ਨਹੀਂ, ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਿਹੜੀ ਜ਼ਮੀਨ ਖੇਤੀਬਾੜੀ ਹੈ। ਖੇਤੀਬਾੜੀ ਜ਼ਮੀਨ ਕਿਸੇ ਦੀ ਵੀ ਹੋਵੇ ਉਹ ਅਕਵਾਇਰ ਕਰ ਸਕਦੇ ਜੀ। ਉਸ ਤੋਂ ਬਾਅਦ ਦੋ ਗੱਲਾਂ ਹੁੰਦੀਆਂ, ਜਾਂ ਤਾਂ ਗੁਰਦੁਆਰਾ ਕਮੇਟੀ ਉਹ ਜ਼ਮੀਨ ਦੇ ਬਦਲੇ ਪੈਸੇ ਲੈ ਲੇ,
ਜਾਂ ਜ਼ਮੀਨ ਦੇ ਬਦਲੇ ਜ਼ਮੀਨ ਲੈ ਲੇ। ਜਿੰਨੀ ਕੁ ਮੇਰੀ ਜਾਣਕਾਰੀ ਆ ਇਹਦੇ ਵਿੱਚ ਕੋਈ ਫਰਾਡ ਵਾਲੀ ਗੱਲ ਅਜੇ ਤੱਕ ਹੈ ਨਹੀਂ। ਕੱਲ ਨੂੰ ਹੋਵੇ ਮੈਨੂੰ ਪਤਾ ਨਹੀਂ। ਅਜੇ ਇਹ ਗੱਲ ਚੱਲਦੀ ਪਈ ਆ ਕਿ ਜਾਂ ਤਾਂ ਅਕਵਾਇਰ ਕੀਤੇ ਤੋਂ ਜਿੰਨਾ ਰੇਟ ਬਾਕੀ ਮਾਲਕਾਂ ਨੂੰ ਮਿਲਦਾ ਪਿਆ, ਕਿਸਾਨਾਂ ਨੂੰ ਮਿਲਦਾ ਪਿਆ, ਉਸੇ ਰੇਟ ਦੇ ਉੱਤੇ ਸ਼੍ਰੋਮਣੀ ਕਮੇਟੀ ਚੁੱਕ ਲਵੇ, ਜੀ, ਜਾਂ ਇਹ ਜਿੱਦਾਂ ਦੀ ਮਾਲਕੀ ਵਾਲੀ ਜ਼ਮੀਨ, ਜਿੰਨੀ ਕੁ ਮਹਿੰਗੀ ਜ਼ਮੀਨ ਆ, ਇਹਦੇ ਨਾਲ ਲਗਭਗ ਮਿਲਦੀ ਜੁਲਦੀ ਜ਼ਮੀਨ ਇਹਦੇ ਬਦਲੇ 'ਚ ਸ਼੍ਰੋਮਣੀ ਕਮੇਟੀ ਲੈ ਲਵੇ। ਇਹ ਜਿਹੜਾ ਮਾਮਲਾ ਉਹ ਗੁਰਦੁਆਰਾ ਕਮੇਟੀ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਕਿ ਗੁਰਦੁਆਰਾ ਵੇਚਿਆ ਜਾ ਰਿਹਾ, ਗੁਰਦੁਆਰਾ ਵੇਚਣ ਵਾਲੀ ਗੱਲ ਅਜੇ ਤੱਕ ਮੇਰੇ ਸਮਝ ਵਿੱਚ ਨਹੀਂ ਆਈ। ਅਸੀਂ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਵੇਖੀਏ। ਕਈਆਂ ਥਾਵਾਂ ਜਿੱਥੇ ਜਿੱਥੇ ਜ਼ਮੀਨ ਦੇ ਘਪਲੇ ਹੋਏ, ਫਤਿਹਗੜ੍ਹ ਸਾਹਿਬ ਦਾ ਜੀ ਬਹੁਤ ਰੌਲਾ ਪੈ ਚੁੱਕਾ ਔਰ ਉਹਦੀ ਪੜਤਾਲ ਵੀ ਨਹੀਂ ਕਰਾਈ ਜਾ ਚੁੱਕੀ। ਇੱਦਾਂ ਦੇ ਹੋਰ 10-12 ਥਾਵਾਂ ਤੇ ਜਿੱਥੇ ਜਿੱਥੇ ਹੋਣ, ਉਹਨਾਂ ਸਾਰਿਆਂ ਦੀ ਜੇ ਸੰਗਤ ਮੰਗ ਕਰਦੀ ਹੈ, ਲੋਕ ਮੰਗ ਕਰਦੇ ਆ, ਤੇ ਪੜਤਾਲ ਹੋਣੀ ਚਾਹੀਦੀ ਹੈ। ਦੋਸ਼ੀ ਕੋਈ ਛੋਟਾ ਹੋਵੇ, ਕੋਈ ਵੱਡਾ ਹੋਵੇ, ਭਾਵੇਂ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ, ਭਾਵੇਂ ਕੋਈ ਸੈਕਟਰੀ ਹੋਵੇ, ਕੋਈ ਛੋਟਾ ਵੱਡਾ ਅਹੁਦੇਦਾਰ ਹੋਵੇ, ਜਿਹੜਾ ਕੋਈ ਦੋਸ਼ੀ ਨਿਕਲਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਲਿਹਾਜ਼ ਹੋਣਾ ਨਹੀਂ ਚਾਹੀਦਾ, ਬਲਕਿ ਸਿਰਫ ਇਹ ਨਹੀਂ ਕਿ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਾਰਵਾਈ ਕੀਤੀ ਸਪਸ਼ਟ ਦਿਸਣੀ ਚਾਹੀਦੀ ਹੈ। ਪਰ ਜਿੱਥੇ ਇਹੋ ਜਿਹੀ ਕੋਈ ਗੱਲ ਨਹੀਂ, ਅਸਲ ਵਿੱਚ ਮਾਮਲਾ ਜ਼ਮੀਨ ਵੇਚਣ ਦਾ ਨਹੀਂ, ਇੱਕ ਸਰਕਾਰੀ ਅਥਾਰਟੀ ਵੱਲੋਂ ਅਕਵਾਇਰ ਕਰਨ ਦਾ, ਉਹਨੂੰ ਬਦੋ ਬਦੀ ਵੀ ਇਹ ਰੰਗ, ਜਦ ਤੱਕ ਕੋਈ ਸਪਸ਼ਟ ਗੱਲ ਨਾ ਹੋਵੇ, ਭਲਕ ਨੂੰ ਕੋਈ ਸਪਸ਼ਟ ਗੱਲ ਹੋਵੇ ਤੇ ਅਸੀਂ ਉਹ 'ਤੇ ਚਰਚਾ ਕਰ ਸਕਦੇ ਹਾਂ, ਪਰ ਜਦ ਤੱਕ ਸਪਸ਼ਟ ਗੱਲ ਨਾ ਹੋਵੇ ਉਹਨਾਂ ਚਿਰ ਇਸ ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ। ਬਿਲਕੁਲ ਪੰਜ ਸਾਹਿਬ, ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।